ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਵਿਸ਼ਰਾਮ, ਉਚਾਰਨ ਸਰਵਣ ਕਰ ਰਹੇ ਹਾਂ ਪ੍ਰਮਾਣਾਂ ਸਹਿਤ। ਹੁਣ ਤੱਕ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 22 ਪੌੜੀਆਂ ਸੁਣੀਆਂ। 22 ਪੌੜੀ ਦੇ ਅਰਥ, ਉਚਾਰਨ, ਵਿਸ਼ਰਾਮ, ਪ੍ਰਮਾਣਾਂ ਸਹਿਤ ਸਰਵਣ ਕੀਤੇ ਆ। ਹੁਣ ਇਸ ਤੋਂ ਅੱਗੇ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਪ੍ਰਮਾਣ ਤੇ ਉਚਾਰਨ, ਵਿਸ਼ਰਾਮ ਸਰਵਣ ਕਰਾਂਗੇ। We are listening to Japji Sahib Path with meaning and pronunciation, punctuation with examples। ਤਾਂ ਗੁਰਬਾਣੀ ਨੂੰ ਸਮਝਣ ਵਾਸਤੇ 3 ਤਰ੍ਹਾਂ ਦੇ ਵਿਸ਼ਰਾਮ ਮੰਨੇ ਗਏ ਆ। ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਅਲਪ ਵਿਸ਼ਰਾਮ means a short pause. Ardha Vishram means a slightly longer pause with Alpa Vishram. Purna Vishram meaning a full stop। ਇਹ ਗੁਰਬਾਣੀ ਦੇ ਜੋ ਅਸੀਂ ਅਰਥ ਕਰ ਰਹੇ ਹਾਂ, ਇਹ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਵਿੱਚੋਂ, ਫਰੀਦਕੋਟ ਵਾਲੇ ਟੀਕੇ ਦੇ ਵਿੱਚੋਂ, ਅਮੀਰ ਭੰਡਾਰ ਸੰਪਰਦਾ ਦੇ ਵਿੱਚੋਂ ਐਂਡ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚੋਂ, ਗੁਰਬਾਣੀ ਐਕਸਪਲੋਰਰ ਈਸ਼ਰ ਮਾਈਕਰੋ ਮੀਡੀਆ ਰਾੜਾ ਸਾਹਿਬ ਵਿੱਚੋਂ। ਸੋ ਹੁਣ ਆਪਾਂ 22ਵੀਂ ਪੌੜੀ ਤੋਂ ਅੱਗੇ 22 ਪੌੜੀਜ਼ ਆਫਟਰ ਮੀਨਿੰਗ, ਅਰਥ ਸਰਵਣ ਕਰਦੇ ਹਾਂ। To start 23 ਪੌੜੀਜ਼, 23ਵੀਂ ਪੌੜੀ ਸ਼ੁਰੂ ਕਰਦੇ ਹਾਂ। ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਆ। ਇਹ 24ਵੀਂ ਪੌੜੀ ਸ਼ੁਰੂ ਕਰਨ ਲੱਗੇ ਹਾਂ। 23ਵੀਂ ਪੌੜੀ ਸ਼ੁਰੂ ਕਰਨ ਲੱਗੇ ਹਾਂ ਅਸੀਂ 23। 23ਵੀਂ ਪੌੜੀ ਦੀ ਇਸ ਪਹਿਲੀ ਪੰਗਤੀ ਦੇ ਵਿੱਚ ਇੱਕੋ ਹੀ ਅਰਥ ਹੁੰਦਾ, ਸਾਲਾਹੀ ਸਾਲਾਹੇ ਵਿਸ਼ਰਾਮ, ਏਤੀ ਸੁਰਤ ਨ ਪਾਈਆ। ਤਾਂ ਇੱਥੇ ਇੱਥੇ ਵਿਸ਼ਰਾਮ ਆਊਗਾ ਸਾਲਾਹੇ ਤੇ। ਬਟ ਇਹਦਾ ਉਚਾਰਨ ਜਿਹੜਾ ਹੈਗਾ, ਕਈ ਵਾਰੀ ਅਸੀਂ ਰੋਂਗ ਉਚਾਰਨ ਕਰ ਜਾਂਦੇ ਹਾਂ, ਸਲਾਹੀ ਸਲਾਹੇ। ਇੱਥੇ ਗਲਤੀ ਹੁੰਦੀ ਸਾਡੇ ਕੋਲੋਂ, ਬਾਕੀ ਓਕੇ ਆ। ਏਤੀ ਸੁਰਤ ਨ ਪਾਈਆ ਠੀਕ ਹੈ। ਸਲਾਹੀ ਸਲਾਹੇ ਬੋਲਦੇ ਆ, ਬਟ ਸੱਸੇ ਕਰਨਾ ਸਾਲਾਹੀ। ਅਗਲੇ ਪਾਸੇ ਵੀ ਫਿਰ ਸੱਸੇ ਕਰਨਾ ਸਾਲਾਹੇ। ਦੋਵੇਂ ਸੱਸਿਆਂ ਨੂੰ ਕਰਨਾ ਲੱਗਿਆ ਹੋਇਆ। ਤਾਂ ਅਸੀਂ ਇਸ ਦਾ ਉਚਾਰਨ ਕਰਾਂਗੇ ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਆ। ਇਸ ਦਾ ਅਰਥ ਬਣਦਾ ਹੈ ਕਿ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਨ ਵਾਲੇ ਤਾਂ ਸਿਰਫ ਸਿਫਤ ਸਲਾਹਾਂ ਹੀ ਕਰ ਸਕਦੇ ਹਨ, ਪਰ ਜੀਵ ਨੂੰ ਇੰਨੀ ਸੁਰਤ, ਸੋਝੀ ਤੇ ਸਮਝ ਪ੍ਰਾਪਤ ਨਹੀਂ ਹੁੰਦੀ ਕਿ ਉਹ ਉਸ ਦਾ ਅੰਤ ਪਾ ਸਕੇ ਜਾਂ ਅਸੀਂ ਅੰਤ ਪਾ ਲਈਏ। ਏਤੀ ਸੁਰਤ ਨਾ ਪਾਈਏ ਮਤਲਬ ਸਾਨੂੰ ਇੰਨੀ ਸਮਝ ਸੋਝੀ ਨਹੀਂ ਆ ਕਿ ਅਸੀਂ ਉਸ ਵਾਹਿਗੁਰੂ ਦਾ ਅੰਤ ਪਾ ਸਕੀਏ। ਉਂਝ ਸਾਰੇ ਸੰਸਾਰ ਦੇ ਜੀਵ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਦੇ ਹਨ। ਦੈਨ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਆ ਹੈ। ਇਸ ਤਰ੍ਹਾਂ ਇਸ ਪੰਗਤੀ ਦੇ ਵਿੱਚ 2 ਵਿਸ਼ਰਾਮ ਹੈ। ਇੱਕ ਤਾਂ ਅਸੀਂ ਥੋੜ੍ਹਾ ਜਿਹਾ ਪੌਜ਼ ਕਰਨਾ, ਵਾਹ
ਦੇ ਉੱਪਰ, ਫਿਰ ਅੱਗੇ ਆਊਗਾ ਪਵੇ ਸਮੁੰਦ, ਫਿਰ ਇੱਥੇ ਵਿਸ਼ਰਾਮ ਆਊਗਾ। ਨਦੀਆਂ ਅਤੇ ਵਾਹ ਵਿਸ਼ਰਾਮ, ਪਵੇ ਸਮੁੰਦ ਵਿਸ਼ਰਾਮ, ਨਾ ਜਾਣੀਆ ਇਹ। ਇਸ ਸਮੁੰਦ ਦੇ ਨਾਲ ਅਲਪ ਵਿਸ਼ਰਾਮ ਲਾਉਣਾ, ਥੋੜਾ ਜਿਹਾ ਰੁਕਣਾ, ਮਤਲਬ ਥੋੜਾ ਜਿਹਾ। ਜਿਹੜਾ ਵਾਹ ਇਹਦੇ ਨਾਲ ਅਰਧ ਵਿਸ਼ਰਾਮ ਲੱਗੂ, ਮਤਲਬ ਥੋੜਾ ਜਿਹਾ ਜ਼ਿਆਦਾ ਅਸੀਂ ਜਿਵੇਂ ਮਿਡ ਪੌਜ਼ ਵਾਂਗੂ ਥੋੜਾ ਜਿਹਾ ਜ਼ਿਆਦਾ ਰੁਕਾਂਗੇ, ਜਿਵੇਂ ਪੰਕਤੀ ਦਾ ਅੱਧ ਵਿਚਾਲਾ ਹੁੰਦਾ ਉਵੇਂ। ਇਸ ਤਰ੍ਹਾਂ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਆ ਇਹ, ਇੰਨਾ ਕੀ ਰੋਕਣਾ ਬਸ। ਪਵੇ ਸਮੁੰਦ ਨਾ ਜਾਣੀਆ ਇਹ, ਇੰਨਾ ਕੀ ਰੋਕਣਾ ਹੁੰਦਾ, ਜਿਹੜਾ ਅਲਪ ਵਿਸ਼ਰਾਮ ਹੁੰਦਾ ਹੈ, ਜਿਹਨੂੰ ਅਸੀਂ ਸ਼ਾਰਟ ਪੌਜ਼ ਕਹਿੰਦੇ ਹਾਂ। ਸੋ ਇੱਥੇ ਉਚਾਰਨ ਜਿਹੜਾ ਹੈਗਾ ਸਾਡੇ ਕੋਲੋਂ ਗਲਤ ਹੋ ਜਾਂਦਾ। ਵਾਹ ਅਸੀਂ ਬੋਲਦੇ ਨਦੀਆਂ ਅਤੇ ਵਾਹ, ਫਿਰ ਬੋਲਦੇ ਪਵਹਿ ਸਮੁੰਦ, ਪਵਹਿ, ਪਵਹੇ ਨੂੰ ਪਵਹਿ ਬੋਲਦੇ ਹਾਂ। ਫਿਰ ਜਾਣੀਏ ਨੂੰ ਜਾਣੀਐ ਬੋਲਦੇ ਹਾਂ ਅਸੀਂ। ਵਾਵੇ ਕੰਨਾ ਹਾਹਾ ਵਾਹੋ, ਇੱਥੇ ਬੋਲਣਾ ਨਦੀਆਂ ਅਤੇ ਵਾਹ। ਅਤੇ ਨੂੰ ਵੀ ਅਸੀਂ ਅਤੇ ਹੀ ਬੋਲਦੇ ਹਾਂ, ਨਦੀਆਂ ਅਤੇ ਵਾਹ ਐਂ ਬੋਲਦੇ ਹਾਂ, ਨਦੀਆਂ ਅਤੇ ਵਾਹ, ਹਾਹਾ ਨਹੀਂ ਬੋਲਦੇ ਗੇ, ਨਦੀਆਂ ਅਤੇ ਵਾਹ ਜੋ ਰੋਂਗ ਉਚਾਰਨ ਹੈ ਇਸ ਦਾ ਨਾ। ਅਤੇ ਬੋਲਣਾ, ਅਤੇ ਨਹੀਂ ਕਹਿਣਾ, ਤੱਤੇ ਨੂੰ ਦੋ ਲਾਵਾਂ ਲੱਗੀਆਂ, ਨਦੀਆਂ ਅਤੇ, ਅਤੇ ਫਿਰ ਵਾਹ, ਹਾਹਾ ਵਾਵੇ ਕਰਨਾ ਹਾਹਾ ਵਾਹ, ਵਾਹ, ਵਾਹ। ਹਾਹੇ ਨੂੰ ਬਾਹਰ ਨਹੀਂ ਕੱਢਣਾ ਗਾ, ਥੋੜ੍ਹੀ ਜਿਹੀ ਸੌਣ ਦੇਣੀ ਹੈ, ਦੱਸਣ ਵਾਸਤੇ ਥੋੜ੍ਹਾ ਜਿਹਾ ਲੌਂਗ ਕਰ ਰਹੇ ਹਾਂ ਆਪਾਂ। ਫਿਰ ਬੋਲਣਾ ਪਵਹੇ, ਪਵਹੇ, ਪਵਹਿ ਨਹੀਂ ਬੋਲਣਾ, ਹਾਹੇ ਸੈਰੀ ਹੇ, ਹਾਹੇ ਸੈਰੀ ਹੇ, ਹਾਹੇ ਸੈਰੀ ਹੈ ਨਹੀਂ ਹੁੰਦਾ, ਹਾਹੇ ਸੈਰੀ ਹੇ ਹੁੰਦਾ। ਪਵਹੇ ਸਮੁੰਦ ਨਾ ਜਾਣੀਆ ਇਹ, ਜਾਣੀਐ ਨਹੀਂ ਕਹਿਣਾ, ਜਾਣੀਐ ਨਹੀਂ ਆਖਣਾ, ਉਹ ਨਾਣੇ ਨੂੰ ਦੋ ਲਾਵਾਂ ਲਾ ਕੇ ਨਹੀਂ ਬੋਲਣਾ ਗਾ। ਅੱਗੇ ਨਾਲ ਹਾਹਾ ਵੀ ਲੱਗਿਆ ਹੋਇਆ, ਹਾਹਾ ਅਸੀਂ ਛੱਡ ਹੀ ਜਾਂਦੇ ਹਾਂ, ਜਦੋਂ ਜਾਣੀਆਂ ਬੋਲਦੇ ਨਾ ਉਦੋਂ ਹਾਹਾ ਛੱਡ ਜਾਂਦੇ ਹਾਂ ਅਸੀਂ, ਹਾਹਾ ਬੋਲਦੇ ਹੀ ਨਹੀਂ। ਗੁਰਬਾਣੀ ਨੂੰ ਗਲਤ ਪੜ੍ਹਨ ਦੇ ਨਾਲ, ਗੁਰਬਾਣੀ ਦਾ ਇੱਕ ਵੀ ਅੱਖਰ ਛੱਡਣ ਦੇ ਨਾਲ ਗੁਰਬਾਣੀ ਸ਼ੁੱਧ ਨਹੀਂ ਮੰਨੀ ਜਾਂਦੀ। ਪਾਪ, ਜਿਹਨੇ ਪੰਜਾਬੀ 'ਚ ਆਪਾਂ ਕਹਿੰਦੇ ਨੇ ਪਾਪ ਲੱਗਦਾ। ਉਂਝ ਜੇ ਪਾਠੀ ਕੋਈ ਦੋ ਅੱਖਰ ਛੱਡ ਜੇ ਨਾ ਤੇ ਅਸੀਂ ਉਹਦੇ ਮਗਰ ਪੈ ਜਾਂਦੇ ਹਾਂ ਵੀ ਪਾਠ ਗਲਤ ਕਰਦਾ, ਪਾਠ ਛੱਡ ਗਿਆ, ਪਾਠ ਛੱਡ ਗਿਆ। ਅਸੀਂ ਆਪ ਪਤਾ ਨਹੀਂ ਕਿੰਨੇ ਕੁ ਅੱਖਰ ਛੱਡ ਜਾਂਦੇ। ਹਾਹਾ ਤਾਂ ਸਾਡਾ ਪੱਕਾ ਲਿਖ ਕੇ ਲੈ ਲਓ ਵੀ ਹਾਹਾ ਤਾਂ ਅਸੀਂ ਛੱਡਦੇ ਹੀ ਛੱਡਦੇ ਹਾਂ ਗੁਰਬਾਣੀ ਪੜ੍ਹਨ ਲੱਗਿਆ। ਰੋਂਗ ਹੈ, ਗਲਤ ਬਾਣੀ ਨਹੀਂ ਪੜ੍ਹਨੀ ਚਾਹੀਦੀ। ਜਿੰਨੇ ਅੱਖਰ ਲਿਖੇ ਆ ਸਾਰੇ ਅੱਖਰ ਬੋਲਣੇ ਚਾਹੀਦੇ ਆ। ਜਾਣੀਆ ਨਹੀਂ ਬੋਲਣਾ, ਜਾਣੀਆ ਹੈ, ਜਾਣੀਆ ਹੈ, ਜਾਣੀ ਪਲੱਸ ਅਹੇ, 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 ਜਾਣੀਆ ਹੈ, ਇਸ ਤਰ੍ਹਾਂ ਬੋਲਣਾ। ਰਿਪੀਟ ਕਰਦੇ ਹਾਂ ਆਪਾਂ। ਨਦੀਆਂ ਅਤੇ ਵਾਹ ਪਵਹੇ ਸਮੁੰਦ ਨਾ ਜਾਣੀਆ ਹੈ, ਇਸ ਤਰ੍ਹਾਂ। ਨਦੀਆਂ ਦਾ ਅਰਥ ਹੈ ਰੀਵਰਜ਼, ਵਾਹ ਦਾ ਅਰਥ ਹੈ ਨਾਲੇ, ਡਰੇਨਜ਼। ਨਾਲੇ ਜਿਹੜੇ ਹੁੰਦੇ ਆ ਪਾਣੀ ਨਾਲ ਵਗਦੇ ਆ, ਨਹਿਰ ਤੋਂ ਛੋਟੇ ਹੁੰਦੇ ਆ, ਉਹਨਾਂ ਆਪਾਂ ਡਰੇਨਜ਼ ਬੋਲਦੇ ਹਾਂ, ਡਰੇਨ। ਤੇ ਵਾਹ ਦਾ ਮਤਲਬ ਡਰੇਨਜ਼। ਸਮੁੰਦ ਮੀਨਸ ਓਸ਼ਨ, ਸਮੁੰਦਰ। ਸਮੁੰਦਰ ਮੀਨਸ ਸਮੁੰਦਰ, ਓਸ਼ਨ। ਤਾਂ ਇਸ ਪੰਕਤੀ ਦਾ ਅਰਥ ਹੈ ਨਦੀਆਂ ਅਤੇ ਨਹਿਰਾਂ ਸਮੁੰਦਰਾਂ ਵਿੱਚ ਵੀ, ਨਦੀਆਂ ਅਤੇ ਨਹਿਰਾਂ ਸਮੁੰਦਰਾਂ ਵਿੱਚ ਮਿਲ ਕੇ ਵੀ ਸਮੁੰਦਰ ਦੀ ਵਿਸ਼ਾਲਤਾ ਤੋਂ ਅਣਜਾਣ ਹਨ। ਜਿਹੜੀਆਂ ਨਦੀਆਂ ਰੀਵਰਜ਼ ਹਨ, ਡਰੇਨਜ਼ ਹਨ, ਇਹ ਸਮੁੰਦਰ ਦੇ ਵਿੱਚ ਮਿਲ ਕੇ ਵੀ ਸਮੁੰਦਰ ਦੀ ਵਿਸ਼ਾਲਤਾ ਤੋਂ ਅਣਜਾਣ ਹੁੰਦੇ ਆ। ਜੇ ਸਮੁੰਦਰ ਦੇ ਵਿੱਚ ਮਿਲ ਵੀ ਜਾਂਦਾ ਨਹਿਰ ਦਾ ਪਾਣੀ, ਡਰੇਨ ਦਾ ਪਾਣੀ, ਰੀਵਰ ਦਾ ਪਾਣੀ, ਤਾਂ ਫਿਰ ਵੀ ਉਹ ਸਮੁੰਦਰ ਜਿੱਡਾ ਨਹੀਂ ਹੋ ਸਕਦੇ, ਸਮੁੰਦਰ ਦੀ ਵਿਸ਼ਾਲਤਾ ਤੋਂ ਅਣਜਾਣ ਰਹਿੰਦੇ ਆ। ਇਸੇ ਤਰ੍ਹਾਂ ਵਾਹਿਗੁਰੂ ਦੀ ਵਿਸ਼ਾਲਤਾ ਨੂੰ ਸਮਝਣਾ ਇੰਨਾ ਔਖਾ ਹੈ ਜਿਵੇਂ ਸਮੁੰਦਰ ਵਿੱਚ ਡਿੱਗਣ ਵਾਲੀਆਂ 999 ਨਦੀਆਂ, 999 ਰੀਵਰਜ਼, ਜਿਹੜੀਆਂ ਸਮੁੰਦਰ ਦੇ ਵਿੱਚ ਰੀਵਰਜ਼ ਪੈਂਦੀਆਂ ਹਨ, ਉਹ ਗਿਣਤੀ ਦੇ ਵਿੱਚ ਵਿਦਵਾਨਾਂ ਨੇ 999 ਮੰਨੀਆਂ, 999।
ਰਿਵਰਸ, ਅਤੇ ਹੋਰ ਅਨੇਕਾਂ ਨਹਿਰਾਂ ਨਾਲਿਆਂ ਨੂੰ ਵੀ ਸਮੁੰਦਰ ਦਾ ਅੰਤ ਪਾਉਣਾ ਔਖਾ ਹੋ ਜਾਂਦਾ ਹੈ। ਨਦੀਆਂ ਦੇ ਪਾਣੀ ਤੇ ਸਮੁੰਦਰ ਦੇ ਪਾਣੀ ਦੀ ਪਹਿਚਾਣ ਕਰਨੀ ਵੀ ਬਹੁਤ ਔਖੀ ਹੋ ਜਾਂਦੀ ਆ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਸੰਤ ਮਹਾਂਪੁਰਸ਼ ਹਨ ਉਹ ਬੇਸ਼ੱਕ ਪਰਮਾਤਮਾ ਦੇ ਵਿੱਚ ਇੱਕਮਿਕ ਹੁੰਦੇ ਹਨ, ਜਿਵੇਂ ਰਿਵਰਸ ਦਾ ਪਾਣੀ ਸਮੁੰਦਰ ਵਿੱਚ ਮਿਕਸ ਹੋ ਜਾਂਦਾ, ਇੱਕਮਿਕ ਹੋ ਜਾਂਦਾ, ਪਰ ਫਿਰ ਵੀ ਉਹ ਜਾਣ ਨਹੀਂ ਸਕਦਾ ਕਿ ਸਮੁੰਦਰ ਕਿੱਡਾ ਕਿ ਡੀਪ ਐਂਡ ਵੱਡਾ ਹੈ। ਇਸੇ ਤਰ੍ਹਾਂ ਸੰਤ ਮਹਾਂਪੁਰਖ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਬੇਸ਼ੱਕ ਪਰਮਾਤਮਾ ਦੇ ਨਾਲ ਇੱਕਮਿਕ ਹੁੰਦੇ ਹਨ, ਪਰ ਫਿਰ ਵੀ ਪਰਮਾਤਮਾ ਦੀ ਵਿਸ਼ਾਲਤਾ ਦਾ ਅੰਤ ਪਾਉਣਾ ਮੁਸ਼ਕਲ ਹੈ, ਨਹੀਂ ਪਾ ਸਕਦੇ। ਦੈਨ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਇਸ ਪੰਕਤੀ ਦੇ ਵਿੱਚ ਇੱਕੋ ਹੀ ਵਿਸ਼ਰਾਮ ਹੈ ਸੁਲਤਾਨ ਦੇ ਉੱਪਰ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਇਹਦਾ ਉਚਾਰਨ ਜਿਹੜਾ ਤਕਰੀਬਨ ਸਹੀ ਆ, ਸਮੁੰਦ ਸਾਹ ਸੁਲਤਾਨ। ਸਾਹ ਸੁਲਤਾਨ ਨਹੀਂ ਕਹਿਣਾ, ਸਾਹ ਉਹ ਜਿਵੇਂ ਪਹਿਲਾਂ ਆਪਾਂ ਹਾਹਾ ਜ਼ਰੂਰ ਬੋਲਣਾ, ਬਟ ਹਾਹੇ ਨੂੰ ਸਾਊਂਡ ਜਿਹੜੀ ਦੇਣੀ ਹੈ ਸ਼ਾਰਟ ਸਾਊਂਡ ਦੇਣੀ ਹੈ, ਲੌਂਗ ਨਹੀਂ ਦੇਣੀ ਗੀ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਇਸ ਦਾ ਅਰਥ ਬਣਦਾ ਕਿ ਸਮੁੰਦਰਾਂ ਦੇ ਬਾਦਸ਼ਾਹ ਤੇ ਸੁਲਤਾਨ ਰਾਜੇ, ਸਮੁੰਦਰਾਂ ਦੇ ਬਾਦਸ਼ਾਹ ਤੇ ਸੁਲਤਾਨ ਰਾਜੇ ਜਿਨ੍ਹਾਂ ਦੇ ਖਜ਼ਾਨਿਆਂ ਵਿੱਚ ਪਹਾੜਾਂ ਜਿੱਡੇ ਜਿੱਡੇ ਉੱਚੇ ਧਨ ਪਦਾਰਥਾਂ ਦੇ ਢੇਰ ਲੱਗੇ ਹੋਏ ਹਨ। ਗਿਰਹਾ ਸੇਤੀ ਮਾਲ ਧਨ, ਗਿਰਹਾ ਮੀਨਸ ਪਹਾੜ, ਓਕੇ, ਪਹਾੜ ਜਿਹੜਾ ਹੁੰਦਾ ਤਾਂ ਬਹੁਤ ਵੱਡਾ ਹੁੰਦਾ। ਗਿਰਹਾ ਦਾ ਮਤਲਬ ਹੁੰਦਾ ਪਹਾੜ, ਸੇਤੀ ਦਾ ਮਤਲਬ ਜਿੰਨੇ, ਵਰਗੇ, ਸੇਤੀ ਮੀਨਸ ਵਰਗੇ, ਪਹਾੜਾਂ ਵਰਗੇ, ਮਾਲ ਧਨ, ਧਨ ਦੌਲਤ ਦੇ ਢੇਰ ਲੱਗੇ ਹੋਏ ਹਨ। ਸਮੁੰਦਰਾਂ ਦੇ ਬਾਦਸ਼ਾਹ ਤੇ ਧਰਤੀਆਂ ਦੇ ਰਾਜਿਆਂ ਦੇ ਪਾਸ ਉਹਨਾਂ ਦੇ ਖਜ਼ਾਨਿਆਂ ਵਿੱਚ ਪਹਾੜਾਂ ਜਿੱਡੇ ਜਿੱਡੇ ਉੱਚੇ ਧਨ ਪਦਾਰਥਾਂ ਦੇ ਢੇਰ ਲੱਗੇ ਹੋਣ। ਗੁਰੂ ਜੀ ਕਹਿੰਦੇ ਆ ਜਿਵੇਂ ਸਿਕੰਦਰ ਦਾ ਸਮੁੰਦਰਾਂ ਉੱਪਰ ਵੀ ਰਾਜ ਚੱਲਦਾ ਸੀਗਾ, ਤੇ ਮਾਲ ਧਨ ਦਾ ਢੇਰ ਜਿਹੜੇ ਹੁੰਦੇ ਆ ਪਹਾੜਾਂ ਜਿੱਡੇ ਜਿੱਡੇ ਮਾਇਆ ਦੇ ਢੇਰ, ਜਿਵੇਂ ਕਾਰੂ ਬਾਦਸ਼ਾਹ ਦੇ ਕੋਲੇ ਸਨ। ਕਾਰੂ ਬਾਦਸ਼ਾਹ ਨੇ 40 ਗੰਜ ਮਾਇਆ ਇਕੱਠੀ ਕੀਤੀ ਸੀ। ਇੱਕ ਗੰਜ ਇੰਨਾ ਵੱਡਾ ਹੁੰਦਾ ਜਿਵੇਂ ਇੱਕ ਤੰਦਰੁਸਤ ਤੇ ਜਵਾਨ ਬੰਦਾ 1 ਕਿਲੋਗ੍ਰਾਮ ਦਾ ਪੱਥਰ ਜਿੰਨੀ ਵੀ ਉਚਾਈ ਵਿੱਚ ਉੱਪਰ ਨੂੰ ਸੁੱਟੇ ਓਨਾ ਉੱਚਾ, ਤੇ ਜਿੰਨੀ ਦੂਰ ਤੱਕ ਪੱਥਰ ਨੂੰ ਸੁੱਟੇ ਓਨਾ ਗੋਲ ਚੱਕਰ ਹੋਵੇ। ਇੰਨਾ ਚੌੜਾ ਤੇ ਇੰਨਾ ਉੱਚਾ ਇੱਕ ਢੇਰ 1 ਗੰਜ ਹੁੰਦਾ। ਇਸ ਤਰ੍ਹਾਂ ਦੇ ਢੇਰ ਕਾਰੂ ਕੋਲ 40 ਸਨ। ਉਹ ਮਾਇਆ ਗਿਣਦਾ ਨਹੀਂ ਸੀ, ਬਸ ਵੱਡੇ ਵੱਡੇ ਢੇਰ ਲਾਉਂਦਾ ਸੀਗਾ। ਉਹਦੇ ਕੋਲੇ ਮਾਇਆ ਗਿਣੀ ਹੋਈ ਨਹੀਂ ਸੀ, ਵੱਡੇ ਵੱਡੇ ਢੇਰ ਲਾ ਕੇ ਰੱਖੇ ਸੀ, ਤੇ ਉਹ ਢੇਰ ਗਿਣਦਾ ਹੁੰਦਾ ਸੀ ਉਹਨੂੰ ਕਿੰਨੇ ਢੇਰ ਹੋ ਗਏ ਆ, ਕਿੰਨੇ ਬਣ ਗਏ ਆ, 40 ਹੋ ਗਏ ਆ। ਗੁਰੂ ਜੀ ਕਹਿੰਦੇ ਹਨ ਕਿ ਮੈਂ ਸ਼ਕਤੀਮਾਨ ਤੇ ਸਮੁੰਦਰ ਸਮਾਨ ਵਾਹਿਗੁਰੂ ਦੇ ਵਿੱਚ ਸਮਾਇਆ ਹੋਇਆ ਹਾਂ। ਮੈਂ ਸ਼ਕਤੀਮਾਨ ਤੇ ਸਮੁੰਦਰ ਸਮਾਨ ਵਾਹਿਗੁਰੂ ਦੇ ਵਿੱਚ ਸਮਾਇਆ ਹੋਇਆ ਹਾਂ, ਜੋ ਰਾਜਿਆਂ ਦਾ ਰਾਜਾ ਹੈ। ਸੰਤ ਭਗਤ ਵਾਹਿਗੁਰੂ ਨੂੰ ਯਾਦ ਕਰਦੇ ਹਨ, ਜੋ ਨਦੀਆਂ ਨਾਲਿਆਂ ਦੀ ਤਰ੍ਹਾਂ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਹਨ। ਜੋ ਲੋਕ ਪਹਾੜਾਂ ਦੀ ਤਰ੍ਹਾਂ ਆਪਣਾ ਹੰਕਾਰ ਦਿਖਾਉਂਦੇ ਹਨ, ਉਹ ਨਾਮ ਜਪਣ ਵਾਲਿਆਂ ਦੀ ਤੁਲਨਾ ਵਿੱਚ ਕੀੜੀਆਂ ਦੇ ਬਰਾਬਰ ਵੀ ਨਹੀਂ ਆ। ਉਹ ਨਾਮ ਜਪਣ ਵਾਲਿਆਂ ਦੇ ਬਰਾਬਰ, ਕੀੜੀਆਂ ਦੇ ਬਰਾਬਰ ਵੀ ਨਹੀਂ ਆ। ਸੋ ਦੈਨ ਅੱਗੇ ਜਿਵੇਂ ਹੁਣ ਗੁਰੂ ਸਾਹਿਬ ਜੀ ਅੱਗੇ ਦੱਸਣਗੇ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰੇ। ਇਸ ਤਰ੍ਹਾਂ ਇੱਥੇ ਇੱਕੋ ਹੀ ਵਿਸ਼ਰਾਮ ਹੈ ਹੋਵਨੀ ਤੇ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰੇ, ਹੋਵਨੀ ਤੇ ਵਿਸ਼ਰਾਮ। ਤੋ ਕੀੜੀ ਤੁਲ ਨਾ ਹੋਵਨੀ ਇਹ ਉਚਾਰਨ ਠੀਕ ਹੈ, ਪਰ ਅੱਗੇ ਜਿਹੜੀ ਅੱਧੀ ਪੰਕਤੀ ਅਸੀਂ ਬੋਲਦੇ ਹਾਂ ਉੱਥੇ ਸਾਡੇ ਕੋਲੋਂ 2 ਗਲਤੀਆਂ ਹੋ ਜਾਂਦੀਆਂ। ਅਸੀਂ ਬੋਲਦੇ ਹਾਂ
ਜੇ ਤਿਸ ਮਨੋ ਨਾ ਵਿਸਰੇ, ਜੇ ਤਿਸ ਮਨੋ ਨਾ ਵਿਸਰੇ ਐਂ ਬੋਲਦੇ ਆ ਤਕਰੀਬਨ। ਬਟ ਇਹਦੇ ਵਿੱਚ ਦੋ ਗਲਤੀਆਂ ਹੋ ਜਾਂਦੀਆਂ। ਮਨੋ ਨੂੰ ਅਸੀਂ ਮਨੋ ਕਹਿ ਦਿੰਦੇ ਹਾਂ, ਪਰ ਹਾਹੇ ਨੂੰ ਔਂਕੜ ਇੱਥੇ ਹਾ ਲੱਗਿਆ ਹੋਇਆ, ਉੱਤੇ ਔਂਕੜ ਲੱਗੀ। ਇਹਨੂੰ ਬੋਲਣਾ ਮਨਹੋਂ, ਮਨੋ ਨਹੀਂ ਕਹਿਣਾ, ਮਨਹੋਂ ਨਾ ਵਿਸਰੇ, ਵਿਸਰੇ ਨਹੀਂ ਕਹਿਣਾ, ਵਿਸਰੇ ਰਾਰਾ ਹਾਹੇ ਨੂੰ ਸਿਹਾਰੀ ਵਿਸਰੇ, ਇਸ ਤਰ੍ਹਾਂ। ਜੇ ਤਿਸ ਮਨਹੋਂ ਨਾ ਵਿਸਰੇ, ਇਸ ਤਰ੍ਹਾਂ ਬੋਲਣਾ। ਕੀੜੀ ਤੁਲਨਾ ਹੋਵਨੀ, ਜੇ ਤਿਸ ਮਨੋਂ ਨਾ ਵਿਸਰੇ, ਇਸ ਤਰ੍ਹਾਂ ਉਚਾਰਨ ਕਰਨਾ। ਇਹਦਾ ਅਰਥ ਇਹ ਹੈ ਕਿ ਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਕਦੇ ਨਹੀਂ ਵਿਸਰਦਾ, ਹੰਕਾਰੀ ਬੰਦੇ ਉਹਨਾਂ ਦੇ ਸਾਹਮਣੇ ਕੀੜੀ ਬਰਾਬਰ ਵੀ ਨਹੀਂ ਹੁੰਦੇ। ਹੁਣ ਗੁਰੂ ਜੀ ਨੇ ਸਾਨੂੰ ਇਹ ਦੱਸਿਆ ਵੀ ਨਦੀਆਂ ਨਾਲਿਆਂ ਦੀ ਤਰ੍ਹਾਂ ਜੋ ਵਾਹਿਗੁਰੂ ਦੇ ਵਿੱਚ ਲੀਨ ਹਨ, ਤੇ ਜੋ ਲੋਕ ਪਹਾੜਾਂ ਦੀ ਤਰ੍ਹਾਂ ਹੰਕਾਰ ਦਿਖਾਉਂਦੇ ਹਨ, ਪਹਾੜਾਂ ਜਿੱਦਾਂ ਉਹਨਾਂ ਦੇ ਅੰਦਰ ਹੰਕਾਰਾਂ ਦੇ ਢੇਰ ਲੱਗੇ ਹੋਏ ਹਨ, ਹੰਕਾਰ ਦੇ, ਕਹਿੰਦੇ ਇਹੋ ਜਿਹੇ ਮਨੁੱਖ ਵਾਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਕਦੇ ਵੀ ਵਾਹਿਗੁਰੂ ਨਹੀਂ ਵਿਸਰਦਾ, ਹੰਕਾਰੀ ਬੰਦੇ ਉਹਨਾਂ ਦੇ ਸਾਹਮਣੇ ਕੀੜੀ ਬਰਾਬਰ ਵੀ ਨਹੀਂ ਆ। ਉਂਝ ਭਾਵੇਂ ਹੰਕਾਰ ਦਿਖਾ ਕੇ ਆਪਣੇ ਆਪ ਨੂੰ ਜਿੰਨਾ ਮਰਜ਼ੀ ਵੱਡਾ ਕਰੀ ਜਾਣ, ਜਾਂ ਨਾਮ ਜਪਣ ਵਾਲੇ ਨੂੰ ਦੁੱਖ ਤਕਲੀਫਾਂ ਦੇ ਕੇ ਆਪਣੇ ਆਪ ਨੂੰ ਜਿੰਨਾ ਮਰਜ਼ੀ ਵੱਡਾ ਸ਼ੋਅ ਕਰ ਲੈਣ, ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਅਸਲ ਵਿੱਚ ਉਹ ਉਹਨਾਂ ਦੇ ਬਰਾਬਰ, ਕੀੜੀ ਦੇ ਬਰਾਬਰ ਵੀ ਨਹੀਂ। ਤੇ ਉਹ ਉਹਨਾਂ ਨੂੰ ਤੰਗ ਹੀ ਤਾਂ ਕਰਦੇ ਆ, ਨਾਮ ਜਪਣ ਵਾਲਿਆਂ ਨੂੰ ਹੰਕਾਰੀ ਬੰਦੇ ਤੰਗ ਕਿਉਂ ਕਰਦੇ ਆ? ਕਿਉਂਕਿ ਉਹ ਉਹਨਾਂ ਵਰਗੇ ਹੋ ਨਹੀਂ ਸਕਦੇ, ਉਹਨਾਂ ਵਰਗੇ ਹੋਣਾ ਚਾਹੁੰਦੇ ਪਰ ਹੋ ਨਹੀਂ ਸਕਦੇ। ਇਸ ਕਰਕੇ ਈਰਖਾਵਸ ਹੋ ਕੇ ਉਹ ਹੰਕਾਰੀ ਬੰਦੇ ਨਾਮ ਜਪਣ ਵਾਲਿਆਂ ਨੂੰ ਤੰਗ ਕਰਦੇ ਆ, ਤੇ ਇਸ ਕਰਕੇ ਉਹ ਕੀੜੀਆਂ ਵਰਗੇ ਛੋਟੇ ਮੋਟੇ ਹੀ ਰਹਿ ਜਾਂਦੇ ਆ। ਕੀੜੀ ਜੇ ਹਾਥੀ ਦੇ ਦੰਦੀ ਵੱਢੇ ਤਾਂ ਹਾਥੀ ਦਾ ਕੁਝ ਨਹੀਂ ਵਿਗਾੜ ਸਕਦੀ। ਇਵੇਂ ਜਿਵੇਂ ਨਾਮ ਜਪਣ ਵਾਲੇ ਵਿਸ਼ਾਲ ਹਿਰਦੇ ਵਾਲਿਆਂ ਨੂੰ ਜੇ ਕੋਈ ਤੰਗ ਵੀ ਕਰੇ, ਕੀੜੀ ਬਰਾਬਰ ਹੰਕਾਰੀ ਬੰਦਾ, ਤਾਂ ਉਹਨਾਂ ਤੋਂ ਕੁਝ ਨਹੀਂ ਵਿਗਾੜ ਸਕਦਾ। ਠੀਕ ਹੈ ਜੀ, ਇੱਥੋਂ ਤੱਕ ਆਪਾਂ 23 ਪੌੜੀਆਂ ਦੇ ਅਰਥ ਸਰਵਣ ਕੀਤੇ ਆ। 23 ਪੌੜੀਜ਼ ਕੰਪਲੀਟ ਹੋ ਗਈ ਹੈ। ਤਾਂ ਹੁਣ ਆਪਾਂ ਅੱਗੇ ਇਹਦੇ ਨਾਲ ਹੀ ਹੁਣ 24ਵੀਂ ਪੌੜੀ ਦੇ ਅਰਥ ਆਪਾਂ ਕਰ ਲੈਂਦੇ ਹਾਂ। ਸੋ ਹੁਣ ਆਪਾਂ 24ਵੀਂ ਪੌੜੀ ਦੇ ਅਰਥ ਸ਼ੁਰੂ ਕਰਦੇ ਹਾਂ। ਇਸ ਪੌੜੀ ਦੇ ਵਿੱਚ ਵਾਰੀ ਅੰਤ ਸ਼ਬਦ ਦੀ ਵਰਤੋਂ ਕੀਤੀ ਗਈ, ਅੰਤ ਸ਼ਬਦ ਦੀ। ਠੀਕ ਹੈ ਜੀ, ਅੰਤ ਦਾ ਮਤਲਬ ਹੁੰਦਾ ਵੀ ਭੇਦ ਪਾਉਣਾ, ਐਂਡ, EAND, ਐਂਡ, ਖਤਮ ਹੋਣ ਵਾਲਾ, ਲਾਸਟ। ਅੰਤ ਮੀਨਸ ਲਾਸਟ, ਭੇਦ ਪਾਉਣਾ, ਅੰਤ ਪਾਉਣਾ, ਇਹਦਾ ਅਰਥ ਇਹ ਬਣੂਗਾ। ਹੁਣ ਆਪਾਂ 24ਵੀਂ ਪੌੜੀ ਸ਼ੁਰੂ ਕਰਦੇ ਹਾਂ ਜੀ। ਅੰਤ ਨਾ ਸਿਫਤੀ, ਕਹਿਣ ਨਾ ਅੰਤ, ਇੱਥੇ ਇੱਕੋ ਹੀ ਵਿਸ਼ਰਾਮ ਆਊਗਾ ਸਿਫਤੀ ਤੇ। ਅੰਤ ਨਾ ਸਿਫਤੀ ਵਿਸ਼ਰਾਮ, ਕਹਿਣ ਨਾ ਅੰਤ, ਉਚਾਰਨ ਠੀਕ ਹੈ। ਸੋ ਇਸ ਦਾ ਅਰਥ ਹੈ ਕਿ ਵਾਹਿਗੁਰੂ ਦੀ ਸਿਫਤ ਕਰਨ ਵਾਲਿਆਂ ਦਾ ਕੋਈ ਅੰਤ ਨਹੀਂ ਆਉਂਦਾ। ਕਹਿਣ ਨਾ ਅੰਤ, ਇਹਦਾ ਅਰਥ ਹੈ ਕਿ ਉਸ ਦੇ ਨਾਮ ਨੂੰ ਕਹਿਣ ਵਾਲਿਆਂ ਦਾ ਵੀ ਕੋਈ ਅੰਤ ਨਹੀਂ, ਉਸ ਦੀ ਸਿਫਤ ਕਰਨ ਵਾਲਿਆਂ ਦਾ ਵੀ ਕੋਈ ਅੰਤ ਨਹੀਂ, ਤੇ ਵਾਹਿਗੁਰੂ ਨੂੰ ਕਹਿਣ ਵਾਲਿਆਂ ਦਾ ਵੀ ਕੋਈ ਅੰਤ ਨਹੀਂ। ਅੰਤ ਨਾ ਕਰਨਾ, ਦੇਣ ਨਾ ਅੰਤ, ਕਰਨਾ ਤੇ ਵਿਸ਼ਰਾਮ ਆਊਗਾ ਇੱਕੋ ਹੀ। ਅੰਤ ਨਾ ਕਰਨਾ, ਵਿਸ਼ਰਾਮ, ਦੇਣ ਨਾ ਅੰਤ, ਉਚਾਰਨ ਠੀਕ ਹੈ, ਇਹਦਾ ਠੀਕ ਕਰਦੇ ਹਾਂ ਅਸੀਂ, ਕਰਨਾ ਹੀ ਬੋਲਣਾ ਹੁੰਦਾ। ਸੋ ਇਸ ਪੰਕਤੀ ਦਾ ਅਰਥ ਹੈ ਕਿ ਬ੍ਰਹਿਮੰਡ ਵਿੱਚ ਰਚੀਆਂ ਉਸ ਦੀਆਂ ਰਚਨਾਵਾਂ ਦਾ ਤੇ ਉਸ ਦੀਆਂ ਖੋਜਾਂ ਦਾ ਕੋਈ ਅੰਤ ਨਹੀਂ ਹੈ। ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦਾ ਵੀ ਕੋਈ ਅੰਤ ਨਹੀਂ। ਖੋਜਾਂ ਮੀਨਸ ਡਿਸਕਵਰਿੰਗ। ਤਾਂ ਜੋ ਬ੍ਰਹਿਮੰਡ ਵਿੱਚ ਪ੍ਰਮਾਤਮਾ ਦੀਆਂ ਰਚਨਾਵਾਂ ਹਨ ਅਤੇ ਉਸ ਨੂੰ ਜੋ ਡਿਸਕਵਰ, ਖੋਜ ਕਰ ਰਹੇ ਹਨ, ਉਹਨਾਂ ਖੋਜਾਂ ਦਾ ਵੀ ਕੋਈ ਅੰਤ ਨਹੀਂ। ਦੇਣ ਨਾ ਅੰਤ ਮਤਲਬ ਹੋ ਗਿਆ ਕਿ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਵੀ ਕੋਈ ਅੰਤ ਨਹੀਂ। ਜੋ ਸਾਨੂੰ ਦਾਤਾਂ ਦਿੰਦਾ ਨਾ ਵਾਹਿਗੁਰੂ, ਉਹਨਾਂ ਦਾ ਵੀ ਕੋਈ ਅੰਤ ਨਹੀਂ। ਕਿੰਨੀਆਂ ਦਾਤਾਂ ਦਿੰਦਾ ਸਾਨੂੰ, ਸਾਨੂੰ ਯਾਦ ਹੀ ਨਹੀਂ ਗਏ।
ਬਸ ਸਾਨੂੰ ਮੇਨ ਗੱਲਾਂ ਯਾਦ ਰਹਿੰਦੀਆਂ, ਘਰ ਚਾਹੀਦਾ, ਪੈਸਾ ਚਾਹੀਦਾ, ਸੁੱਖ ਚਾਹੀਦਾ, ਕੱਪੜੇ ਚਾਹੀਦੇ, ਬੱਚੇ ਚਾਹੀਦੇ, ਕੰਮ ਚਾਹੀਦਾ। ਆਹ 5 6 7 8 10 ਚੀਜ਼ਾਂ ਜਿਨ੍ਹਾਂ ਪਿੱਛੇ ਅਸੀਂ ਰੋਂਦੇ ਹੀ ਰਹਿੰਦੇ ਹਾਂ 24 ਘੰਟੇ ਕੋਲੇ ਵੀ ਹੁਣ ਫਿਰ ਵੀ ਰੋਂਦੇ ਰਹਿੰਦੇ ਹਾਂ। ਪਰ ਇਸ ਤੋਂ ਪਲੱਸ ਸਾਡੇ ਕੋਲ ਹੋਰ ਨਿੱਕੀਆਂ ਨਿੱਕੀਆਂ ਰੱਬ ਦੀਆਂ ਦਿੱਤੀਆਂ ਖੁਸ਼ੀਆਂ ਦਾਤਾਂ ਕਿੰਨੀਆਂ ਹਨ ਜਿਨ੍ਹਾਂ ਨੂੰ ਅਸੀਂ ਕਦੀ ਯਾਦ ਨਹੀਂ ਕਰਦੇ। ਦਾਤ ਮੀਨਸ ਗਿਫਟਸ, ਦਾਤਾ ਮੀਨਸ ਗਿਫਟਸ, ਦਾਤ ਮੀਨਸ ਗਿਫਟ। ਪਰਮਾਤਮਾ ਵੱਲੋਂ ਜੇ ਸਾਨੂੰ ਅਲਮਾਈਟੀ ਗਿਫਟ ਮਿਲਦੇ ਆ ਉਹਨਾਂ ਨੂੰ ਅਸੀਂ ਯਾਦ ਨਹੀਂ ਕਰਦੇ। ਤਾਂ ਅੱਗੇ ਚੱਲਦੇ ਜੇ ਆਪਾਂ। ਅੰਤ ਨਾ ਵੇਖਣ ਸੁਣਨ ਨਾ ਅੰਤ, ਸੁਣਨ ਬੋਲਣਾ। ਅੰਤ ਨਾ ਵੇਖਣ ਸੁਣਨ ਨਾ ਅੰਤ, ਇੱਕੋ ਹੀ ਵਿਸ਼ਰਾਮ ਹੈ ਇਸ ਪੰਕਤੀ ਵਿੱਚ ਵੇਖਣ ਦੇ ਉੱਪਰ। ਅੰਤ ਨਾ ਵੇਖਣ ਵਿਸ਼ਰਾਮ, ਸੁਣਨ ਨਾ ਅੰਤ। ਇੱਥੇ ਆਪਾਂ 2 ਨਾਣੇ ਲੱਗੇ ਹੋਏ ਸੁਣਨ ਨੂੰ। ਸੁਣਨ ਸੱਸੇ ਔਂਕੜ ਨਾਣਾ ਨਾਣੇ ਸਿਹਾਰੀ, ਨਾਣੇ 2 ਹੈ। ਸੁਣਨ ਨਾ ਅੰਤ, ਇਸ ਤਰ੍ਹਾਂ ਬੋਲਣਾ ਆਪਾਂ। ਅੰਤ ਨਾ ਵੇਖਣ ਸੁਣਨ ਨਾ ਅੰਤ। ਇਸ ਪੰਕਤੀ ਦਾ ਅਰਥ ਹੈ ਕਿ ਉਹਨਾਂ ਸੰਤਾਂ ਤੇ ਵਿਦਵਾਨਾਂ ਦਾ ਕੋਈ ਅੰਤ ਨਹੀਂ ਜੋ ਰੋਜ਼ ਵਾਹਿਗੁਰੂ ਨੂੰ ਵੇਖਦੇ ਹਨ। ਅੰਤ ਨਾ ਵੇਖਣ, ਉਹਨਾਂ ਦਾ ਕੋਈ ਅੰਤ ਨਹੀਂ। ਜਿਹੜੇ ਸੰਤ ਮਹਾਂਪੁਰਸ਼ ਗੁਰਮਤਿ ਪਿਆਰੇ ਰੋਜ਼ ਵਾਹਿਗੁਰੂ ਨੂੰ ਵੇਖਦੇ ਉਹਨਾਂ ਦਾ ਕੋਈ ਅੰਤ ਨਹੀਂ ਗਾ। ਬਹੁਤ ਸਾਰੇ ਲੋਕ ਹੈਗੇ ਇਹੋ ਜਿਹੇ। ਸੁਣਨ ਨਾ ਅੰਤ, ਤਾਂ ਇਸ ਦਾ ਅਰਥ ਹੈ ਕਿ ਉਹਨਾਂ ਦਾ ਵੀ ਕੋਈ ਅੰਤ ਨਹੀਂ ਜੋ ਰੋਜ਼ ਨਾਮ ਸੁਣਦੇ ਹਨ। ਨਾਮ ਸੁਣਨ ਵਾਲੇ ਵੀ ਬਹੁਤ ਹਨ, ਉਹਨਾਂ ਦਾ ਕੋਈ ਅੰਤ ਨਹੀਂ। ਪ੍ਰਮਾਤਮਾ ਨੂੰ ਜੋ ਰੋਜ਼ ਦੇਖਦੇ ਉਹਨਾਂ ਦਾ ਵੀ ਕੋਈ ਅੰਤ ਨਹੀਂ। ਉਹਨਾਂ ਦਾ ਵੀ ਕੋਈ ਅੰਤ ਨਹੀਂ ਜੋ ਰੋਜ਼ ਮੌਤ ਵੇਖਦੇ ਹਨ। ਉਹਨਾਂ ਦਾ ਵੀ ਕੋਈ ਅੰਤ ਨਹੀਂ ਜੋ ਰੋਜ਼ ਮੌਤ ਦੀਆਂ ਖਬਰਾਂ ਸੁਣਦੇ ਹਨ। ਦੈਨ ਅੰਤ ਨ ਜਾਪੈ ਕਿਆ ਮਨ ਮੰਤ, ਜਾਪੈ ਤੇ ਵਿਸ਼ਰਾਮ ਆਊਗਾ। ਅੰਤ ਨ ਜਾਪੈ ਵਿਸ਼ਰਾਮ, ਕਿਆ ਮਨ ਮੰਤ। ਉਚਾਰਨ ਠੀਕ ਹੈ ਇਹਦਾ, ਸਾਰੇ ਠੀਕ ਕਰਦੇ ਹਨ, ਸਾਡੇ ਕੋਲ ਗਲਤੀ ਨਹੀਂ ਹੁੰਦੀ ਇਹਦੇ ਉਚਾਰਨ ਵਿੱਚ। ਤੋ ਜਾਪੈ ਤੇ ਵਿਸ਼ਰਾਮ। ਅੰਤ ਨ ਜਾਪੈ ਕਿਆ ਮਨ ਮੰਤ। ਜਾਪੈ ਦਾ ਮਤਲਬ ਹੁੰਦਾ ਜਾਣਨਾ, ਜਾਣ ਲੈਣਾ। ਇੱਥੇ ਜਾਪੈ ਦਾ ਅਰਥ ਕਰਾਂਗੇ ਆਪਾਂ ਜਾਣਨਾ ਜਾਂ ਜਾਣ ਲੈਣਾ। ਤਾਂ ਇਸ ਪੰਕਤੀ ਦਾ ਅਰਥ ਹੈ ਕਿ ਵਾਹਿਗੁਰੂ ਦੇ ਮਨ ਵਿੱਚ ਕੀ ਮਨੋਰਥ ਹੈ, ਵਾਹਿਗੁਰੂ ਦਾ ਕੀ ਇਰਾਦਾ ਹੈ। ਅੰਤ ਨ ਜਾਪੈ ਕਿਆ ਮਨ ਮੰਤ। ਇੱਥੇ ਵਾਹਿਗੁਰੂ ਦੀ ਗੱਲ ਕੀਤੀ ਗੁਰੂ ਨਾਨਕ ਦੇਵ ਜੀ ਨੇ। ਕਹਿੰਦੇ ਅੰਤ ਨ ਜਾਪੈ, ਕਹਿੰਦੇ ਸਾਨੂੰ ਇਸ ਗੱਲ ਦਾ ਕੋਈ ਅੰਤ ਨਹੀਂ ਆਉਂਦਾ, ਕੋਈ ਸਮਝ ਨਹੀਂ ਪੈਂਦੀ, ਅਸੀਂ ਜਾਣ ਨਹੀਂ ਸਕਦੇ ਕਿ ਵਾਹਿਗੁਰੂ ਦਾ ਕੀ ਇਰਾਦਾ ਹੈ। ਕਿਆ ਮਨ ਮੰਤ, ਇਹ ਜਾਣਿਆ ਨਹੀਂ ਜਾ ਸਕਦਾ ਕਿ ਵਾਹਿਗੁਰੂ ਦੇ ਮਨ ਦੇ ਵਿੱਚ ਕੀ ਮੰਤ, ਮਤਲਬ ਮੰਤ ਮੀਨਸ ਇਰਾਦਾ, ਉਹਦੇ ਮਨ ਵਿੱਚ ਕੀ ਇਰਾਦਾ ਹੈ, ਅੱਗੇ ਉਸਨੇ ਕੀ ਕਰਨਾ ਹੈ। ਸਾਡੇ ਵਾਸਤੇ ਇਹ ਜਾਣਨਾ ਬਹੁਤ ਔਖਾ ਹੈ। ਅੰਤ ਨ ਜਾਪੈ ਕੀਤਾ ਆਕਾਰ, ਜਾਪੈ ਤੇ ਵਿਸ਼ਰਾਮ ਹੋਊਗਾ। ਅੰਤ ਨ ਜਾਪੈ ਵਿਸ਼ਰਾਮ ਕੀਤਾ ਆਕਾਰ। ਤਾਂ ਇੱਥੇ ਸਾਡੇ ਕੋਲੇ ਤਕਰੀਬਨ 2 ਗਲਤੀਆਂ ਹੋ ਜਾਂਦੀਆਂ। ਜਿਵੇਂ ਅਸੀਂ ਬੋਲਦੇ ਅੰਤ ਨ ਜਾਪੇ, ਬਹੁਤ ਵਾਰੀ ਸੁਣਦੇ ਹਾਂ। ਕੀਤਾ ਆਕਾਰ, ਆਕਾਰ ਨੂੰ ਆਕਾਰ ਬੋਲਦੇ ਹਾਂ ਤੇ ਜਾਪੈ ਨੂੰ ਜਾਪੇ ਬੋਲਦੇ ਹਾਂ। ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਅੰਤ ਨ ਜਾਪੇ ਕੀਤਾ ਆਕਾਰ। 2 ਗਲਤੀਆਂ ਹੋ ਜਾਂਦੀਆਂ। ਪੱਪੇ ਨੂੰ 2 ਲਾਵਾਂ ਲੱਗੀਆਂ, ਜਾਪੇ ਨਹੀਂ ਬੋਲਣਾ, ਜਾਪੈ ਜਾਪੈ। ਫਿਰ ਕੀਤਾ ਆਕਾਰ, ਆੜੇ ਕੰਨਾ ਆ, ਕੱਕੇ ਕੰਨਾ ਕਾ, ਰਾਰਾ ਆਕਾਰ, ਐਂ ਬੋਲਣਾ, ਆਕਾਰ ਨਹੀਂ ਕਹਿਣਾ, ਆਕਾਰ। ਅੰਤ ਨ ਜਾਪੈ ਕੀਤਾ ਆਕਾਰ। ਇਸ ਦਾ ਅਰਥ ਹੈ ਗੁਰੂ ਜੀ ਕਹਿੰਦੇ ਹਨ ਕਿ ਇਸ ਦਾ ਵੀ ਅੰਤ ਨਹੀਂ ਜਾਣਿਆ ਜਾ ਸਕਦਾ ਕਿ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਕਿਸ ਤਰੀਕੇ ਨਾਲ ਕੀਤੀ ਹੈ। ਆਕਾਰ ਦਾ ਮਤਲਬ ਆਕਾਰ, ਸ਼ੇਪ। ਵਾਹਿਗੁਰੂ ਨੇ ਇਸ ਸ੍ਰਿਸ਼ਟੀ ਨੂੰ ਕਿਸ ਤਰੀਕੇ ਦੇ ਨਾਲ ਸ਼ੇਪ ਵਿੱਚ ਲੈ ਕੇ ਆਂਦਾ, ਜਦੋਂ ਦੁਨੀਆ ਬਣਾਈ ਹੈ ਕਿਸ ਤਰੀਕੇ ਨਾਲ ਕੀ ਸ਼ੇਪ ਦਿੱਤੀ ਹੈ। ਦੈਨ ਅੰਤ ਨ ਜਾਪੈ ਪਾਰਾਵਾਰ। ਇਸ ਦਾ ਜਿਹੜਾ ਵਿਸ਼ਰਾਮ ਹੈ ਜਾਪੈ ਦੇ ਉੱਪਰ ਹੈ। ਅੰਤ ਨ ਜਾਪੈ ਵਿਸ਼ਰਾਮ ਪਾਰਾਵਾਰ।
ਇਹ ਇੱਥੇ ਸਾਡੇ ਕੋਲ ਤਕਰੀਬਨ ਗਲਤੀ ਹੋ ਜਾਂਦੀ ਹੈ। ਬਹੁਤ ਵਾਰੀ ਸੁਣਿਆ ਅੰਤ ਨ ਜਾਪੇ ਪਾਰਾਵਾਰ, ਐਂ ਕਹਿੰਦੇ ਹਾਂ ਅਸੀਂ, ਅੰਤ ਨ ਜਾਪੇ ਪਾਰਾਵਾਰ। ਪੱਪੇ ਨੂੰ ਦੋ ਲਾਵਾਂ ਲੱਗੀਆਂ ਹੋਈਆਂ, ਪੈ 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 ਬੋਲਣਾ, ਜਾਪੈ ਜਾਪੈ ਜਾਪੈ, ਇਸ ਤਰੀਕੇ ਨਾਲ। ਅੰਤ ਨ ਜਾਪੈ ਪਾਰਾਵਾਰ। ਸੋ ਇਸ ਪੰਕਤੀ ਦਾ ਅਰਥ ਹੈ ਕਿ ਉਸ ਦੇ ਇੱਧਰਲੇ ਤੇ ਉੱਧਰਲੇ ਪਾਸੇ ਦਾ ਅੰਤ ਵੀ ਨਹੀਂ ਜਾਣਿਆ ਜਾ ਸਕਦਾ। ਜਾਪੈ ਦਾ ਮਤਲਬ ਹੁੰਦਾ ਜਾਣਨਾ, ਠੀਕ ਹੈ ਜੀ। ਪਾਰਾਵਾਰ ਦਾ ਮਤਲਬ ਹੋ ਗਿਆ ਇੱਧਰਲਾ ਪਾਸਾ ਤੇ ਉੱਧਰਲਾ ਪਾਸਾ, ਕੋਈ ਪਤਾ ਨਹੀਂ ਇੱਧਰ ਉੱਧਰ ਦੋਵੇਂ ਪਾਸੇ, ਜਾਣੀ ਇਸ ਦੁਨੀਆ ਦੇ ਵਿੱਚ ਤੇ ਉਸ ਦੁਨੀਆ ਦੇ ਵਿੱਚ ਜਿਹੜਾ ਬ੍ਰਹਿਮੰਡ ਹੈ, ਬ੍ਰਹਿਮੰਡ ਦੇ ਵਿੱਚ ਤੇ ਇਸ ਧਰਤੀ ਦੇ ਉੱਪਰ ਇੱਧਰ ਉੱਧਰ ਦੇ ਪਾਸੇ ਦਾ ਅੰਤ ਨਹੀਂ ਜਾਣਿਆ ਜਾ ਸਕਦਾ ਕਿ ਉਹ ਕੀ ਹੋ ਰਿਹਾ ਜਾਂ ਕੀ ਕਰ ਰਿਹਾ ਜਾਂ ਕੀ ਕਰਨ ਵਾਲਾ ਹੈ। ਅੰਤ ਕਾਰਨ ਕੀਤੇ ਬਿਲ ਲਾਹੇ, ਕਾਰਨ ਤੇ ਵਿਸ਼ਰਾਮ ਆਊਗਾ। ਅੰਤ ਕਾਰਨ ਵਿਸ਼ਰਾਮ, ਕੀਤੇ ਬਿਲ ਲਾਹੇ, ਇਸ ਤਰ੍ਹਾਂ ਅੰਤ ਕਾਰਨ ਕੀਤੇ ਬਿਲ ਲਾਹੇ। ਉਚਾਰਨ ਠੀਕ ਹੈ ਤਾਂ ਬਿਲ ਲਾਹੇ ਬੋਲਣਾ ਹੈ, ਬਿਲ ਲਾਹੇ ਨਹੀਂ ਬੋਲਣਾ, ਬਿਲ ਲਾਹੇ, ਹਾਹੇ ਸਾਰੀ ਹੈ, ਬਿਲ ਲਾਹੇ, ਇਸ ਤਰ੍ਹਾਂ। ਸੋ ਇਸ ਪੰਕਤੀ ਦਾ ਅਰਥ ਹੈ ਕਿ ਵਾਹਿਗੁਰੂ ਦਾ ਅੰਤ ਪਾਉਣ ਵਾਸਤੇ ਕਿੰਨੇ ਹੀ ਵਿਰਲਾਪ ਕਰਦੇ ਹਨ। ਬਿਲ ਲਾਹੇ ਦਾ ਮਤਲਬ ਹੁੰਦਾ ਵਿਰਲਾਪ ਕਰਨਾ, ਬਿਲ ਲਾਉਣਾ, ਵਿਰਲਾਪ ਕਰਨਾ, ਰੋਣਾ, ਕਲਪਨਾ, ਤੜਫਣਾ। ਬਿਰਲਾਹੀ ਮੀਨਸ ਕਲਪਨਾ, ਵਿਰਲਾਪ ਕਰਨਾ, ਤੜਫਣਾ। ਤਾਂ ਗੁਰੂ ਜੀ ਕਹਿੰਦੇ ਹਨ ਕਿ ਵਾਹਿਗੁਰੂ ਦਾ ਅੰਤ ਪਾਉਣ ਵਾਸਤੇ ਕਿੰਨੇ ਲੋਕ ਹੀ ਵਿਰਲਾਪ ਕਰਦੇ ਹਨ, ਕਲਪਦੇ ਹਨ ਤੇ ਰੋਂਦੇ ਹਨ। ਦੈਨ ਤਾਂ ਕਿ ਅੰਤ ਨਾ ਪਾਏ ਜਾਹੇ, ਅੰਤ ਦੇ ਉੱਤੇ ਵਿਸ਼ਰਾਮ ਆਊਗਾ, ਤਾਂ ਕਿ ਅੰਤ ਵਿਸ਼ਰਾਮ ਨਾ ਪਾਏ ਜਾਹੇ। ਸੋ ਇਹਦਾ ਉਚਾਰਨ ਤਕਰੀਬਨ ਠੀਕ ਹੈ, ਪਰ ਇੱਥੇ ਹੋ ਸਕਦਾ ਵੀ ਅਸੀਂ ਇੱਦਾਂ ਬੋਲਦੇ ਹੋਈਏ, ਨਾ ਪਾਏ ਜਾਏ, ਤਾਂ ਕਿ ਅੰਤ ਨਾ ਪਾਏ ਜਾਏ, ਹੈ ਨਾ, ਹੋ ਸਕਦਾ ਇੱਦਾਂ ਬੋਲਦੇ ਹੋਈਏ। ਬਟ ਜੱਜੇ ਕੰਨਾ ਹਾਹੇ ਸਿਹਾਰੀ ਲੱਗੀ ਆ, ਹਾਹਾ ਸਾਊਂਡ ਕਰਾਂਗੇ, ਜਾਹੇ, ਨਾ ਪਾਏ ਜਾਹੇ, ਇਸ ਤਰ੍ਹਾਂ, ਤਾਂ ਕਿ ਅੰਤ ਨਾ ਪਾਏ ਜਾਹੇ। ਤਾਂ ਇਸ ਦਾ ਅਰਥ ਹੈ ਫੇਰ ਵੀ ਵਾਹਿਗੁਰੂ ਦਾ ਪੂਰੀ ਤਰ੍ਹਾਂ ਅੰਤ ਨਹੀਂ ਜਾਣਿਆ ਜਾ ਸਕਦਾ, ਪਾਇਆ ਨਹੀਂ ਜਾ ਸਕਦਾ। ਭਾਵੇਂ ਅਸੀਂ ਕਿੰਨੀਆਂ ਹੀ ਖੋਜਾਂ ਕਰ ਲਈਏ, ਕਿੰਨੀ ਸਟੱਡੀ ਕਰ ਲਈਏ, ਕਿੰਨਾ ਹੀ ਰੋ ਲਈਏ, ਕਿੰਨਾ ਹੀ ਕਲਪ ਲਈਏ, ਕਿੰਨਾ ਹੀ ਲਿਖ ਲਈਏ, ਕਿੰਨਾ ਹੀ ਬੋਲ ਲਈਏ, ਗੁਰੂ ਜੀ ਕਹਿੰਦੇ ਪਰ ਫਿਰ ਵੀ ਅਸੀਂ ਵਾਹਿਗੁਰੂ ਦਾ ਪੂਰੀ ਤਰ੍ਹਾਂ ਅੰਤ ਨਹੀਂ ਪਾ ਸਕਦੇ। ਅੰਤ ਨਹੀਂ ਪਾਇਆ ਜਾ ਸਕਦਾ, ਨਾ ਪਾਏ ਜਾਹੇ, ਨਹੀਂ ਪਾ ਸਕਦੇ। ਇਹੋ ਅੰਤ ਨਾ ਜਾਣੈ ਕੋਈ, ਅੰਤ ਦੇ ਉੱਤੇ ਵਿਸ਼ਰਾਮ ਆਊਗਾ, ਇਹੋ ਅੰਤ ਵਿਸ਼ਰਾਮ ਨਾ ਜਾਣੈ ਕੋਈ। ਸੋ ਇਹਦਾ ਉਚਾਰਨ ਤਕਰੀਬ ਠੀਕ ਹੈ, ਬਟ ਲੱਗਦਾ ਕਦੇ ਕਦੇ ਅਸੀਂ ਇੱਦਾਂ ਸੁਣਦੇ ਹੋਵਾਂਗੇ, ਇਹ ਅੰਤ ਨਾ ਜਾਣੈ ਕੋਈ, ਬਟ ਸੁਣਿਆ ਨਹੀਂ ਕਦੇ, ਸਾਰੇ ਇਹੋ ਹੀ ਕਹਿੰਦੇ ਹਨ। ਫਿਰ ਵੀ ਜੇ ਕਿਤੇ ਗਲਤੀ ਹੁੰਦੀ ਹੈ ਸਾਡੇ ਕੋਲੋਂ, ਇਹ ਅੰਤ ਨਾ, ਇਹ ਅੰਤ ਇਸ ਤਰ੍ਹਾਂ ਨਹੀਂ ਬੋਲਣਾ ਹੁੰਦਾ, ਇਹੋ ਅੰਤ, ਇਹੋ ਅੰਤ, ਇਸ ਤਰ੍ਹਾਂ, ਇਹੋ ਅੰਤ ਨਾ ਜਾਣੈ ਕੋਈ, ਅੰਤ ਦੇ ਉੱਤੇ ਵਿਸ਼ਰਾਮ, ਥੋੜ੍ਹਾ ਜਿਹਾ ਰੁਕਣਾ, ਇਹੋ ਅੰਤ ਨਾ ਜਾਣੈ ਕੋਈ, ਇਸ ਤਰ੍ਹਾਂ। ਸੋ ਇਸ ਦਾ ਅਰਥ ਹੈ ਕਿ ਇਸ ਭੇਦ ਨੂੰ ਕੋਈ ਨਹੀਂ ਜਾਣਦਾ, ਇਸ ਭੇਦ ਨੂੰ ਕੋਈ ਨਹੀਂ ਜਾਣਦਾ, ਕੋਈ ਵੀ ਨਹੀਂ ਜਾਣ ਸਕਦਾ। ਅੱਗੇ ਬਹੁਤਾ ਕਹੀਐ ਬਹੁਤਾ ਹੋਏ, ਬਹੁਤਾ ਕਹੀਐ ਬਹੁਤਾ ਹੋਏ, ਇੱਥੇ ਕਹੀਐ ਤੇ ਵਿਸ਼ਰਾਮ ਆਊਗਾ, ਕਹੀਐ ਉਚਾਰਨ ਠੀਕ ਹੈ। ਬਹੁਤਾ ਕਹੀਐ ਵਿਸ਼ਰਾਮ, ਬਹੁਤਾ ਹੋਏ, ਇਸ ਤਰ੍ਹਾਂ ਬੋਲਾਂਗੇ ਆਪਾਂ, ਬਹੁਤਾ ਕਹੀਐ ਬਹੁਤਾ ਹੋਏ। ਤਾਂ ਇਸ ਦਾ ਅਰਥ ਹੈ ਗੁਰੂ ਜੀ ਕਹਿੰਦੇ ਭਾਈ ਜਿਹੜੇ ਪ੍ਰਮਾਤਮਾ ਦਾ ਅਸੀਂ ਅੰਤ ਨਹੀਂ ਜਾਣ ਸਕਦੇ, ਤਾਂ ਉਸ ਨੂੰ ਇਸ ਕਰਕੇ ਜਿੰਨਾ ਅਸੀਂ ਉਸ ਨੂੰ ਵੱਧ ਤੋਂ ਵੱਧ ਬਿਆਨ ਕਰ ਸਕਦੇ ਹਾਂ, ਜਿੰਨਾ ਵੱਧ ਤੋਂ ਵੱਧ ਕਹਿ ਸਕਦੇ ਹਾਂ, ਬਹੁਤ ਤੋਂ ਬਹੁਤ ਕਹਿ ਸਕਦੇ, ਬਹੁਤਾ ਕਹੀਏ, ਜਿੰਨਾ ਹੀ ਵੱਧ ਤੋਂ ਵੱਧ ਅਸੀਂ ਕਹਿ ਸਕਦੇ ਹਾਂ। ਬਹੁਤਾ ਹੋਏ ਮੀਨਸ
ਵਾਹਿਗੁਰੂ ਉਸ ਤੋਂ ਵੀ ਵੱਡਾ ਹੈ। ਜਿੰਨਾ ਵੀ ਅਸੀਂ ਕਹਿ ਸਕਦੇ ਹਾਂ, ਵੱਡੇ ਤੋਂ ਵੱਡਾ ਕਹਿ ਸਕਦੇ ਹਾਂ, ਵਾਹਿਗੁਰੂ ਉਸ ਤੋਂ ਵੀ ਵੱਡਾ ਹੈ ਨਾ। ਸੋ ਇਸ ਤਰ੍ਹਾਂ ਇਹਦਾ ਅਰਥ ਬਣਦਾ ਹੈ। ਬਾਹਰੀ ਅਰਥ ਆਪਾਂ ਇਸ ਤਰ੍ਹਾਂ ਵੀ ਲੈ ਸਕਦੇ ਹਾਂ ਵੀ ਜਿਵੇਂ ਦੁਨਿਆਵੀ ਤੌਰ 'ਤੇ ਆਪਣੇ ਆਪ ਨੂੰ ਗੁਰਸਿੱਖੀ ਨਾਲ ਰੱਬ ਦੀ ਰਜ਼ਾ ਵਿੱਚ ਜੋੜਨ ਵਾਸਤੇ, ਤਾਂ ਕਈ ਜਿਹੜੇ ਸਮਝਦਾਰ ਗੁਰਮੁਖ ਪਿਆਰੇ ਹਨ, ਰੱਬ ਨੂੰ ਮੰਨਣ ਵਾਲੇ ਹਨ, ਤਾਂ ਉਹ ਹਮੇਸ਼ਾ ਕਹਿੰਦੇ ਬਈ ਰੱਬ ਨੇ ਬਹੁਤ ਦਿੱਤਾ, ਬਹੁਤ ਦਿੱਤਾ, ਰੱਬ ਨੇ ਬਹੁਤ ਦਿੱਤਾ। ਥੋੜ੍ਹਾ ਦਿੱਤਾ ਹੋਵੇ ਤਾਂ ਵੀ ਕਹਿਣਗੇ ਰੱਬ ਨੇ ਬਹੁਤ ਦਿੱਤਾ, ਅਸੀਂ ਖੁਸ਼ ਹਾਂ, ਬੜੀ ਕਿਰਪਾ ਵਾਹਿਗੁਰੂ ਦੀ, ਹੈ ਨਾ। ਤਾਂ ਫਿਰ ਉਹਨਾਂ ਦੇ ਘਰੇ ਹੋਰ ਬਹੁਤ ਪਦਾਰਥ ਆ ਜਾਂਦੇ ਆ, ਬਹੁਤ ਹੋ ਜਾਂਦਾ। ਜਦੋਂ ਅਸੀਂ ਕਹਿੰਦੇ ਰਹੇ ਨੇ ਬਹੁਤ ਦਿੱਤਾ, ਰੱਬ ਨੇ ਬਹੁਤ ਦਿੱਤਾ, ਤਾਂ ਰੱਬ ਹੋਰ ਦਿੰਦਾ ਖੁਸ਼ ਹੋ ਕੇ। ਤਾਂ ਕਈਆਂ ਲੋਕਾਂ ਨੂੰ ਆਦਤ ਹੁੰਦੀ ਹੈ, ਤਾਂ ਉਹਨਾਂ ਕੋਲ ਸਾਰਾ ਕੁਛ ਹੀ ਹੁੰਦਾ। ਦੇਖਦੇ ਵੀ ਅਸੀਂ ਕਾਰਾਂ, ਜੀਪਾਂ, ਵੱਡੀਆਂ ਵੱਡੀਆਂ ਗੱਡੀਆਂ, ਮਹਿੰਗੀਆਂ ਤੋਂ ਮਹਿੰਗੀਆਂ, ਬਹੁਤ ਸੋਹਣੇ ਸੋਹਣੇ ਵੱਡੇ ਵੱਡੇ ਘਰ ਹੁੰਦੇ ਆ, ਚੰਗੇ ਵੱਡੇ ਵੱਡੇ ਬਿਜ਼ਨਸ ਚੱਲਦੇ ਆ। ਸੋ ਸਾਰਾ ਕੁਛ ਹੁੰਦਾ ਉਹਨਾਂ ਕੋਲ। ਫਿਰ ਵੀ ਕਹਿੰਦੇ ਰਹਿਣਗੇ ਮਰ ਗਏ, ਹੈ ਨਹੀਂ ਗਾ ਕੁਛ, ਮਰ ਗਏ, ਹੈ ਨਹੀਂ ਗਾ ਕੁਛ, ਕੁਛ ਵੀ ਨਹੀਂ ਹੈ ਪੱਲੇ, ਮਰ ਗਏ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਹੈ ਹੀ ਨਹੀਂ ਹੈ। ਤੋ ਇੱਕ ਵਾਰੀ ਜਦੋਂ ਬੰਦਾ ਐਂ ਕਹਿੰਦਾ ਰਹੇ ਨਾ ਵੀ ਹੈ ਨਹੀਂ ਗਾ, ਹੈ ਨਹੀਂ ਗਾ, ਹੈ ਨਹੀਂ ਗਾ, ਫਿਰ ਉਹਦੀ ਨੀਤ ਨੂੰ ਫਲ ਲੱਗ ਜਾਂਦੇ। ਜਦੋਂ ਕਹਿੰਦਾ ਰਹਿੰਦਾ ਹੈ ਨਹੀਂ, ਹੈ ਨਹੀਂ, ਹੈ ਨਹੀਂ, ਤਾਂ ਹੌਲੀ ਹੌਲੀ ਉਹਦੇ ਕੋਲ ਕੁਛ ਵੀ ਨਹੀਂ ਰਹਿੰਦਾ, ਕੁਛ ਵੀ ਨਹੀਂ ਰਹਿੰਦਾ। ਬਹੁਤ ਸਾਰੇ ਲੋਕ ਦੇਖੇ ਆ ਜਿਨ੍ਹਾਂ ਦੀਆਂ ਨੀਤਾਂ ਸਾਫ਼ ਨਹੀਂ ਹੁੰਦੀਆਂ, ਸਭ ਕੁਛ ਹੁੰਦਾ ਹੋਇਆ ਵੀ ਮਰੂ ਮਰੂ ਕਰਦੇ ਰਹਿੰਦੇ ਆ, ਫਿਰ ਇੱਕ ਦਿਨ ਉਹ ਡਾਊਨ ਹੋ ਜਾਂਦੇ ਆ। ਤਾਂ ਦੁਨਿਆਵੀ ਤੌਰ 'ਤੇ ਸਾਨੂੰ ਆਪਣੇ ਆਪ ਨੂੰ ਸਮਝਾਉਣ ਵਾਸਤੇ ਇਸ ਤਰ੍ਹਾਂ ਵੀ ਅਸੀਂ ਅਰਥ ਕਰ ਸਕਦੇ ਹਾਂ ਵੀ ਪਰਮਾਤਮਾ ਨੇ ਜੋ ਦਿੱਤਾ ਹੈ ਉਸ ਨੂੰ ਅਸੀਂ ਕਹੀਏ ਬਹੁਤ ਹੈ, ਬਹੁਤਾ ਕਹੀਏ, ਬਹੁਤਾ ਕਹੀਏ, ਬਹੁਤ ਕਹੀਏ, ਬਹੁਤ ਕਹੀਏ, ਤਾਂ ਫਿਰ ਬਹੁਤ ਹੋ ਜਾਂਦਾ ਬੰਦੇ ਕੋਲੇ, ਬਹੁਤਾ ਹੋਈਏ। ਇਸ ਤਰ੍ਹਾਂ ਬਹੁਤ ਬਹੁਤ ਕਹਿੰਦੇ ਰਹੀਏ ਤਾਂ ਬਹੁਤ ਮਿਲਦਾ ਹੈ, ਬਹੁਤ ਹੋ ਜਾਂਦਾ ਹੈ। ਵੱਡਾ ਸਾਹਿਬ ਉੱਚਾ ਥਾਓ, ਸਾਹਿਬ ਤੇ ਵਿਸ਼ਰਾਮ, ਵੱਡਾ ਸਾਹਿਬ ਵਿਸ਼ਰਾਮ, ਉੱਚਾ ਥਾਓ, ਇਸ ਤਰ੍ਹਾਂ ਦੇ ਨਾਲ ਇਹਦਾ ਉਚਾਰਨ ਤੇ ਵਿਸ਼ਰਾਮ ਹੈ ਸਾਹਿਬ ਦੇ ਉੱਪਰ। ਵੱਡਾ ਸਾਹਿਬ ਉੱਚਾ ਥਾਓ, ਇਸ ਦਾ ਅਰਥ ਹੈ ਕਿ ਸਾਹਿਬ, ਉਹ ਸਾਹਿਬ ਵਾਹਿਗੁਰੂ ਵੱਡਾ ਹੈ, ਉਸ ਦਾ ਆਸਣ ਵੀ ਬੁਲੰਦ ਅਤੇ ਉੱਚਾ ਹੈ। ਉੱਚਾ ਥਾਓ ਮਤਲਬ ਬਹੁਤ ਉੱਚਾ ਸਥਾਨ ਆ ਉਸ ਦਾ ਆਸਣ, ਉਸ ਦੇ ਬੈਠਣ ਵਾਲਾ ਥਾਂ ਵੀ ਸਭ ਤੋਂ ਉੱਚਾ ਹੈ। ਉੱਚੇ ਉੱਪਰ, ਉੱਚਾ ਨਾਓ, ਉੱਪਰ ਦੇ ਉੱਪਰ ਵਿਸ਼ਰਾਮ ਹੈ। ਉੱਚੇ ਉੱਪਰ, ਉੱਚਾ ਨਾਓ, ਉੱਚੇ ਉੱਪਰ ਵਿਸ਼ਰਾਮ, ਉੱਚਾ ਨਾਓ। ਸੋ ਇਸ ਦਾ ਅਰਥ ਬਣਦਾ ਕਿ ਸਾਰਿਆਂ ਤੋਂ ਉੱਚਾ ਉਸ ਦਾ ਨਾਮ ਹੈ, ਉੱਚਾ ਨਾਓ। ਸਾਰਿਆਂ ਤੋਂ ਉੱਚਾ ਉਸ ਦਾ ਨਾਮ ਹੈ ਤੇ ਉਸ ਨਾਮ ਤੋਂ ਪਹਿਲਾਂ ਹੋਰ ਕੋਈ ਨਾਮ ਨਹੀਂ ਸੀ। ਉੱਚੇ ਉੱਪਰ, ਉਸ ਤੋਂ ਉੱਪਰ ਹੋਰ ਕੋਈ ਨਾਮ ਨਹੀਂ ਹੈ। ਸਾਰਿਆਂ ਤੋਂ ਉੱਚਾ ਉਸ ਦਾ ਨਾਮ ਹੈ, ਉਸ ਤੋਂ ਪਹਿਲਾਂ ਕੋਈ ਵੀ ਨਾਮ ਨਹੀਂ ਸੀ। ਏਵੜ ਉੱਚਾ ਹੋਵੇ ਕੋਈ, ਉੱਚਾ ਤੇ ਵਿਸ਼ਰਾਮ ਆਊਗਾ। ਏਵੜ ਉੱਚਾ ਵਿਸ਼ਰਾਮ, ਹੋਵੇ ਕੋਈ, ਇੱਥੇ ਉੱਚਾ ਤੇ ਵਿਸ਼ਰਾਮ ਕਰਾਂਗੇ, ਥੋੜਾ ਜਿਹਾ ਰੁਕਣਾ। ਏਵੜ ਉੱਚਾ ਹੋਵੇ ਕੋਈ, ਇਸ ਤਰ੍ਹਾਂ ਉਚਾਰਨ ਕਰਨਾ। ਇਸ ਦਾ ਅਰਥ ਹੈ ਕਾਂ ਤੇ ਇਸ ਪੌੜੀ ਵਿੱਚ ਹੁਣ ਗੁਰੂ ਜੀ ਨੇ ਵਾਹਿਗੁਰੂ ਦੀ ਉਸਤਤ ਉਚਾਰਨ ਕੀਤੀ ਹੈ। ਇਹ ਜੋ ਪੌੜੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵਾਹਿਗੁਰੂ ਦੀ ਉਸਤਤ ਦੇ ਵਿੱਚ ਉਚਾਰਨ ਕੀਤੀ ਹੈ। ਗੁਰੂ ਜੀ ਕਹਿੰਦੇ ਹਨ ਕਿ ਇਹ ਕੋਈ ਨਹੀਂ ਜਾਣਦਾ ਕਿ ਉਸ ਦੀ ਮਹਾਨਤਾ ਕਿੰਨੀ ਵੱਡੀ ਹੈ। ਏਵੜ ਉੱਚਾ ਮਤਲਬ ਕਿੰਨੀ ਵੱਡੀ ਹੈ, ਇਹ ਕੋਈ ਨਹੀਂ ਜਾਣਦਾ। ਜੇਕਰ ਕੋਈ ਇੰਨਾ ਵੱਡਾ ਹੋਵੇ ਤੇ ਓਨਾ ਉੱਚਾ ਹੋਵੇ ਜਿੰਨਾ ਵੱਡਾ ਉਹ ਹੈ, ਤਾਂ ਫਿਰ ਹੀ ਕੋਈ ਜਾਣ ਸਕਦਾ ਨਾ। ਏਵੜ ਉੱਚਾ ਹੋਵੇ ਕੋਈ, ਉਸ ਜਿੱਡਾ ਕੋਈ ਵੱਡਾ ਹੋਵੇ, ਓਨਾ ਕੋਈ ਉੱਚਾ ਹੋਵੇ, ਫਿਰ ਹੀ ਕੋਈ ਜਾਣਦਾ। ਨਹੀਂ ਤਾਂ ਵਾਹਿਗੁਰੂ ਦੀ ਮਹਾਨਤਾ ਨੂੰ ਕੋਈ ਜਾਣ ਨਹੀਂ ਸਕਦਾ ਤੇ ਉਹਦੇ ਵਰਗਾ ਉੱਚਾ ਤੇ ਵੱਡਾ ਹੋਰ ਕੋਈ ਹੈ ਨਹੀਂ। ਅਗਲੀ ਪੰਕਤੀ, ਤਿਸ ਉੱਚੇ ਕੋ ਜਾਣੈ ਸੋਏ। ਸੋ ਇਸ ਪੰਕਤੀ ਦੇ ਵਿੱਚ ਕੌ ਦੇ ਉੱਪਰ ਵਿਸ਼ਰਾਮ ਲੱਗਿਆ। ਤਿਸ ਉੱਚੇ ਕੌ ਵਿਸ਼ਰਾਮ, ਜਾਣੈ ਕੋਈ ਸੋਏ। ਸੋ ਇੱਥੇ ਵਿਸ਼ਰਾਮ ਲਾ ਕੇ, ਬਟ ਅਸੀਂ ਇਸ ਦਾ ਉਚਾਰਨ ਜਿਹੜਾ ਕੌ ਆ ਨਾ, ਕੱਕਾ ਊੜੇ ਨੂੰ ਔਂਕੜ ਕੌ, ਤਾਂ ਇਸ ਨੂੰ ਅਸੀਂ ਤਕਰੀਬਨ ਗਲਤ ਬੋਲ ਜਾਂਦੇ। ਤਿਸ ਉੱਚੇ ਕੋ, ਤਿਸ ਉੱਚੇ ਕੋ ਜਾਣੈ ਸੋਏ, ਇਸ ਤਰ੍ਹਾਂ ਕੋ ਨਹੀਂ ਕਹਿਣਾ, ਇਹਨੂੰ ਕੌ ਕਹਿਣਾ। ਏ ਯੂ ਸਾਊਂਡ ਕਰਨਾ, ਏ ਯੂ ਸਾਊਂਡ ਕਰਨਾ ਇੰਗਲਿਸ਼ ਦਾ।
ਕਨੌੜਾ ਸਾਊਂਡ ਕਰਨਾ, ਜਿਵੇਂ ਆਪਾਂ ਬੋਲਦੇ ਨੇ ਕੌਣ, ਹਨਾ, ਜਦੋਂ ਕੌਣ ਲਿਖਣਾ ਹੋਊਗਾ ਉਹਦੇ ਕੱਕੇ ਹੋੜਾ ਨਾਣਾ ਕੌਣ, ਤੇ ਗੁਰਬਾਣੀ ਦੇ ਵਿੱਚ ਕੌਣ ਕੱਕਾ ਊੜੇ ਔਂਕੜ ਨਾਣਾ ਕੌਣ ਐ ਲਿਖਿਆ ਹੋਇਆ, ਕੌਣ ਜਾਣਾ ਗੁਣ ਤੇਰੇ ਪੜ੍ਹਦੇ ਆ ਨਾ ਆਪਾਂ, ਤੇ ਉੱਥੇ ਕੌਣ ਲਿਖਿਆ ਹੋਇਆ ਕੱਕਾ ਊੜੇ ਔਂਕੜ ਨਾਣਾ ਕੌਣ, ਇਸ ਕਰਕੇ ਕੱਕਾ ਊੜੇ ਔਂਕੜ ਕੌ ਬੋਲਾਂਗੇ ਅਸੀਂ, ਕੋ ਨਹੀਂ ਬੋਲਣਾ, ਤੇ ਉੱਚੇ ਕੋ ਜਾਣਾ ਸੋਏ ਇਸ ਤਰ੍ਹਾਂ ਨਹੀਂ ਬੋਲਣਾ, ਕੌ ਬੋਲਾਂਗੇ, ਤੇ ਉੱਚੇ ਕੌ ਜਾਣਾ ਸੋਏ ਇਸ ਤਰ੍ਹਾਂ ਬੋਲਣਾ ਅਸੀਂ। ਇਸ ਦਾ ਅਰਥ ਹੈ ਅਗਰ ਕੋਈ ਉਸ ਤੋਂ ਵੀ ਮਹਾਨ ਤੇ ਉੱਚਾ ਹੋਵੇ, ਉਸ ਤੋਂ ਵੀ ਕੋਈ ਵੱਡਾ ਹੋਵੇ ਵਾਹਿਗੁਰੂ ਤੋਂ, ਤਾਂ ਹੀ ਵਾਹਿਗੁਰੂ ਦੀ ਮਹਾਨਤਾ ਨੂੰ ਜਾਣ ਸਕਦਾ, ਪਰ ਕੋਈ ਨਹੀਂ ਹੈ। ਜੇ ਕੋਈ ਇੰਨਾ ਉੱਚਾ ਹੁੰਦਾ ਤਾਂ ਹੀ ਕੋਈ ਉਸ ਨੂੰ ਜਾਣ ਸਕਦਾ ਨਾ, ਪਰ ਵਾਹਿਗੁਰੂ ਤੋਂ ਉੱਚਾ ਤੇ ਵੱਡਾ ਹੋਰ ਕੋਈ ਹੈ ਹੀ ਨਹੀਂ ਹੈ। ਤਾਂ ਹੁਣ ਅਗਲੀ ਪੰਕਤੀ ਵਿੱਚ ਗੁਰੂ ਜੀ ਬਚਨ ਕਰਦੇ ਹਨ, ਜੇ ਵਡ ਆਪ ਜਾਣਾ ਆਪ ਆਪ, ਆਪ ਦੇ ਉੱਪਰ ਵਿਸ਼ਰਾਮ ਆਊਗਾ, ਜੇ ਵਡ ਆਪ ਵਿਸ਼ਰਾਮ, ਜਾਣਾ ਆਪ ਆਪ, ਇਸ ਤਰ੍ਹਾਂ। ਸੋ ਇੱਥੇ ਜਿਹੜਾ ਜਾਣਾ ਹੈ ਨਾ, ਨਾਣੇ ਨੂੰ ਦੋ ਲਾਵਾਂ ਲੱਗੀਆਂ, ਜਾਣਾ ਬੋਲਣਾ, ਐ ਨਹੀਂ ਕਹਿਣਾ ਜਾਣੇ ਆਪ ਆਪ, ਜਾਣੇ ਆਪ ਆਪ ਰੌਂਗ ਉਚਾਰਨ ਹੈ ਉਸ ਦਾ, ਠੀਕ ਹੈ, ਰੌਂਗ ਪ੍ਰਨਾਉਨ ਹੈ ਉਸ ਦੀ, ਤਾਂ ਜਾਣਾ ਆਪ ਆਪ ਕਹਿਣਾ, ਜੇ ਵਡ ਆਪ ਜਾਣਾ ਆਪ ਆਪ, ਇਸ ਦਾ ਅਰਥ ਹੈ ਕਿ ਜਿੰਨਾ ਵੱਡਾ ਉਹ ਆਪ ਹੈ ਉਹ ਵਾਹਿਗੁਰੂ ਸਿਰਫ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਵੱਡਾ ਹੈ। ਜਿੰਨਾ ਵੱਡਾ ਉਹ ਆਪ ਹੈ ਉਹ ਸਿਰਫ ਵਾਹਿਗੁਰੂ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਵੱਡਾ। ਅਗਲੀ ਪੰਕਤੀ, ਨਾਨਕ ਨਦਰੀ ਕਰਮੀ ਦਾਤ, ਇੱਥੇ ਨਦਰੀ ਤੇ ਵਿਸ਼ਰਾਮ ਆਊਗਾ, ਨਾਨਕ ਨਦਰੀ ਵਿਸ਼ਰਾਮ, ਕਰਮੀ ਦਾਤ, ਇਸ ਤਰ੍ਹਾਂ ਉਚਾਰਨ ਕਰਨਾ, ਇਹਦਾ ਉਚਾਰਨ ਠੀਕ ਹੈ ਤਕਰੀਬਨ, ਨਾਨਕ ਨਦਰੀ ਕਰਮੀ ਦਾਤ। ਇਸ ਪੰਕਤੀ ਦਾ ਅਰਥ ਹੈ, ਨਾਨਕ ਦਾ ਅਰਥ ਹੈ ਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਵਾਹਿਗੁਰੂ ਆਪਣੀਆਂ ਦਾਤਾਂ ਅਤੇ ਮਿਹਰਾਂ ਜੀਵਾਂ ਨੂੰ ਜੀਵਾਂ ਦੇ ਕਰਮਾਂ ਅਨੁਸਾਰ ਹੀ ਬਖਸ਼ਦਾ ਹੈ। ਨਦਰੀ ਦਾ ਮਤਲਬ ਹੋ ਗਿਆ ਮਿਹਰ, ਦਾਤ, ਕਿਰਪਾ। ਓਕੇ, ਇੱਥੇ ਨਦਰੀ ਦਾ ਅਰਥ ਅਸੀਂ ਨਿਗਾਹ ਨਹੀਂ ਕਰਾਂਗੇ, ਮਿਹਰ ਕਰਾਂਗੇ। ਮਨੁੱਖਾਂ ਦੇ ਜੀਵਾਂ ਦੇ ਕਰਮਾਂ ਨੂੰ ਦੇਖ ਕੇ ਵਾਹਿਗੁਰੂ ਮਿਹਰ ਦੀ ਨਜ਼ਰ ਕਰਦਾ ਹੈ, ਮਿਹਰ ਨਾਲ ਮਿਹਰਾਂ ਕਰਕੇ ਜੀਵਾਂ ਨੂੰ ਬਖਸ਼ਦਾ ਹੈ, ਮਿਹਰਾਂ ਦੀਆਂ ਨਜ਼ਰਾਂ ਕਰਦਾ ਜਦੋਂ ਜੀਵ ਚੰਗੇ ਕਰਮ ਕਰਦੇ। ਕਰਮੀ ਦਾਤ, ਜਿਹੋ ਜਿਹੇ ਜੀਵ ਕਰਮ ਕਰਦੇ ਹਨ ਉਹ ਜੀਆਂ ਵਾਹਿਗੁਰੂ ਜੀਵਾਂ ਨੂੰ ਦਾਤਾਂ ਦੇ ਦਿੰਦਾ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਵਾਹਿਗੁਰੂ ਆਪਣੀਆਂ ਦਾਤਾਂ ਤੇ ਮਿਹਰਾਂ ਜੀਵਾਂ ਦੇ ਕਰਮ ਅਨੁਸਾਰ ਹੀ ਦਿੰਦਾ ਹੈ। ਜਿਹੋ ਜਿਹੇ ਜੀਵ ਕਰਮ ਕਰਦੇ ਉਹ ਜੀਆਂ ਉਹਨਾਂ ਨੂੰ ਦਾਤਾਂ ਦੇ ਹੀ ਜਾਂਦਾ। ਸੋ ਚੰਗੇ ਕਰਮ ਕਰਦੇ ਚੰਗੀਆਂ ਦਾਤਾਂ ਪ੍ਰਾਪਤ ਕਰਦੇ ਆ, ਮਾੜੇ ਕਰਮ ਕਰਦੇ ਮਾੜੀਆਂ ਦਾਤਾਂ ਪ੍ਰਾਪਤ ਹੁੰਦੀਆਂ। ਸੋ ਹੁਣ ਤੱਕ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 24 ਪੌੜੀਆਂ ਦੇ ਅਰਥ, ਉਚਾਰਨ, ਵਿਸ਼ਰਾਮ, ਪ੍ਰਮਾਣਾ ਸਹਿਤ ਸਰਵਣ ਕੀਤੇ ਆ। 24 ਪੌੜੀਜ਼ ਹੁਣ ਤੱਕ ਅਸੀਂ ਸੁਣੀ ਹੈ, ਜਿਸ ਦੇ ਅਸੀਂ ਮੀਨਿੰਗ, ਪੰਕਚੁਏਸ਼ਨ, ਪ੍ਰੋਨਾਊਂਸੀਏਸ਼ਨ ਐਂਡ ਐਗਜ਼ਾਮਪਲਜ਼ ਸੁਣੀਆਂ ਹਨ। ਇਸ ਤੋਂ ਅੱਗੇ ਆਪਾਂ ਅਗਲੀਆਂ ਪੌੜੀਆਂ ਦੇ ਅਰਥ ਅਗਲੇ ਪਾਠ ਦੇ ਵਿੱਚ ਸੁਣਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।